ਗਿੱਦੜਬਾਹਾ ਦੇ ਨੇੜਲੇ ਪਿੰਡ ਰੁਖਾਲਾ ਦੇ ਕਿਸਾਨ ਦੀ ਧੀ ਵਿਨਰਜੀਤ ਕੌਰ ਕੈਨੇਡਾ ਦੀ ਪੀਆਰ ਛੱਡ ਦਿੱਲੀ ਵਿੱਚ ਜੱਜ ਬਣੀ ਹੈ। ਕੋਰਟ ਦੇਖਣ ਦੀ ਜ਼ਿੱਦ ਅਤੇ ਤਮੰਨਾ ਨੇ ਗਿੱਦੜਬਾਹਾ ਦੇ ਨੇੜਲੇ ਪਿੰਡ ਰੁਖਾਲਾ ਦੀ ਵਿਨਰਜੀਤ ਕੌਰ ਨੂੰ ਜੱਜ ਬਣਾ ਦਿੱਤਾ ਹੈ। ਵਿਨਰਜੀਤ ਕੌਰ ਨੇ ਦਿੱਲੀ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕੀਤੀ ਹੈ। ਜੱਜ ਬਣਨ ਦੇ ਬਾਅਦ ਆਪਣੇ ਪਿੰਡ ਰੁਖਾਲਾ ਪਹੁੰਚੀ ਵਿਨਰਜੀਤ ਕੌਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਚਪਨ ਤੋਂ ਹੀ ਉਸ ਨੂੰ ਕੋਰਟ ਦੇਖਣ ਅਤੇ ਉਸ ਵਿੱਚ ਚੱਲਦੇ ਪ੍ਰੋਸੀਜਰ ਨੂੰ ਦੇਖਣ ਦੀ ਚਾਹ ਰਹਿੰਦੀ ਸੀ ਅਤੇ ਉਹ ਅਕਸਰ ਆਪਣੇ ਪਿਤਾ ਨਾਲ ਕਚਹਿਰੀ ਦੇਖਣ ਲਈ ਜ਼ਿੱਦ ਕਰਦੀ ਰਹਿੰਦੀ ਸੀ। ਪਰ ਉਸ ਦੇ ਪਿਤਾ ਉਸ ਨੂੰ ਹਮੇਸ਼ਾ ਇਹੀ ਕਿਹਾ ਕਰਦੇ ਸੀ ਕਿ ਭਗਵਾਨ ਕਿਸੇ ਨੂੰ ਵੀ ਕੋਰਟ ਕਚਹਿਰੀ ਅਤੇ ਡਾਕਟਰ ਦੇ ਕੋਲ ਨਾ ਭੇਜੇ। ਵਿਨਰਜੀਤ ਕੌਰ ਨੇ ਦੱਸਿਆ ਕਿ ਹੁਣ ਉਸ ਦਾ ਕੋਰਟ ਦੇਖਣ ਦਾ ਸੁਪਨਾ ਸੱਚ ਹੋ ਗਿਆ। ਵਿਨਰਜੀਤ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਸ਼ਿਮਲਾ ਅਤੇ ਹਿਸਾਰ ਤੋਂ ਪ੍ਰਾਪਤ ਕੀਤੀ। ਉਸਨੇ 2008 ਵਿੱਚ ਡੀਏਵੀ ਸਕੂਲ ਚੰਡੀਗੜ੍ਹ ਵਿੱਚ 12ਵੀਂ ਜਮਾਤ 'ਚ ਇਤਿਹਾਸ ਵਿੱਚ ਟੌਪ ਕੀਤਾ ਸੀ। ਇਸ ਤੋਂ ਬਾਅਦ ਵਿਨਰਜੀਤ ਕੌਰ ਨੇ BA MCM ਮੇਹਰਚੰਦ ਮਹਾਜਨ ਕਾਲਜ ਚੰਡੀਗੜ੍ਹ ਤੋਂ 2011 ਵਿੱਚ ਪਾਸ ਕੀਤੀ। ਵਿਨਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ 2 ਵਾਰ ਅਸਫਲ ਰਹਿਣ ਦੇ ਬਾਅਦ ਹਾਰ ਨਹੀਂ ਮੰਨੀ। ਆਖਰ ਤੀਜੀ ਵਾਰ ਵਿੱਚ ਕਾਮਯਾਬੀ ਹਾਸਲ ਕੀਤੀ। ਉਹ ਦਿਨ ਵਿੱਚ 14 ਤੋਂ 15 ਘੰਟੇ ਪੜ੍ਹਾਈ ਕਰਦੀ ਸੀ। ਵਿਨਰਜੀਤ ਕੌਰ ਦਾ ਪਰਿਵਾਰ ਕੈਨੇਡਾ ਵਿੱਚ ਸੈਟਲ ਹੈ। ਵਿਨਰਜੀਤ ਨੇ ਦੱਸਿਆ ਉਸਦੇ ਮਾਤਾ-ਪਿਤਾ ਦੇ ਇਲਾਵਾ ਉਸਦੀ ਭਰਜਾਈ ਸਤਬੀਰ ਕੌਰ ਨੇ ਉਸਦੀ ਪੜ੍ਹਾਈ ਵਿੱਚ ਬਹੁਤ ਮਦਦ ਕੀਤੀ ਤੇ ਅੱਜ ਉਹਨਾਂ ਦੀ ਵਜ੍ਹਾ ਨਾਲ ਹੀ ਉਹ ਇਸ ਮੁਕਾਮ ਤੱਕ ਪਹੁੰਚ ਸਕੀ ਹੈ। जी विनरजीत कौर संधू जी बहुत ज़्यादा खुशी हो रही है। अजे तो मैं शौक 'ਚ ਹੀ है लाइक पूरा प्रोसैस नहीं किया बट मैनू आपदे पेरेंट्स ਨੂੰ देख के उन्हों की खुशी देख के बहुत चंगा लग रहा है। ਸਿੱਖਿਆ ਦੀ ਗੱਲ ਕਰੀਏ ਜੇ ਮੁੱਢਲੀ ਸਿੱਖਿਆ ਦੀ ਗੱਲ ਕਰੀਏ ਕਿੱਥੋਂ ਜਿਹੜੀ ਸ਼ੁਰੂਆਤ ਹੋਈ? जी पहला मेरी सारी स्कूलिंग बोर्डिंग स्कूल्स 'ਚ रही है शिमला हिसार ते चंडीगढ़ ते फिर उस बाद मैं चंडीगढ़ तो ही आपदी साइकोलॉजी ऑनर्स 'ਚ ग्रैजुएशन की सी। ਉਸ ਤੋਂ ਬਾਅਦ ਮੈਂ ਲਾਅ ਲਈ ਦਿੱਲੀ ਯੂਨੀਵਰਸਿਟੀ ਦੇ ਕੈਂਪਸ ਲਾਅ ਸੈਂਟਰ ਤੋਂ LLB ਕੀਤੀ ਤੇ ਹੁਣੇ ਪਿਛਲੇ ਸਾਲ ਹੀ ਮੈਂ ਨੈਸ਼ਨਲ ਲਾਅ ਯੂਨੀਵਰਸਿਟੀ ਦਿੱਲੀ ਤੋਂ LLM ਕੀਤੀ। ਜੀ ਲਾਅ ਪੂਰੇ ਲਾਈਕ ਆਪਣੀਆਂ ਨਾਰਮਲੀ ਫੈਮਲੀਜ਼ 'ਚ ਲੀਗਲ ਦਾ ਕੁਛ ਨਾ ਕੁਛ ਚੱਲਦਾ ਰਹਿੰਦਾ ਹੈ ਤਾਂ ਉਹ ਮੈਟਰਸ ਨੂੰ ਲੈ ਕੇ ਮੈਂ ਬਹੁਤ ਕਿਊਰੀਅਸ ਹੁੰਦੀ ਸੀ। ਫਿਰ ਇਵੈਂਚੁਅਲੀ ਆਪੇ ਹੀ ਲਾਅ ਦੇ ਲਈ ਇੰਟਰਸਟ ਬਣਦਾ ਰਿਹਾ ਉਹ ਮੈਟਰਸ ਨੂੰ ਦੇਖ ਕੇ ਤੇ ਸਾਈਕੋਲੋਜੀ ਕਰਨ ਤੋਂ ਬਾਅਦ ਮੈਨੂੰ ਲੱਗਿਆ ਲਾਅ ਇੱਕ ਗਵਰਨਮੈਂਟ ਜੌਬ ਭਾਲਣ ਲਈ ਵੀ ਇੱਕ ਈਜ਼ੀ ਤੇ ਇੱਕ ਚੰਗਾ ਰਸਤਾ ਰਹੂਗਾ ਤੇ ਲਾਅ ਦਾ ਪੜ੍ਹਾਈ 'ਚ ਮੈਂ ਇੰਜੋਏ ਵੀ ਬਹੁਤ ਕੀਤੀ ਕਰਨੀ। ਲਾਈਕ ਮੈਨੂੰ ਕਦੇ ਪੜ੍ਹਾਈ ਔਖੀ ਨਹੀਂ ਲੱਗੀ ਲਾਅ ਦੀ, ਮੈਨੂੰ ਉਹ ਬਹੁਤ ਮਜ਼ਾ ਆਉਂਦਾ ਸੀ ਕਰਕੇ। ਜੇਕਰ ਗੱਲ ਕਰੀਏ ਜੇ ਤੁਹਾਡੇ ਪਰਿਵਾਰਕ ਮੈਂਬਰਾਂ ਦੀ ਉਹਨਾਂ ਦਾ ਸਾਥ ਕਿਸ ਤਰ੍ਹਾਂ ਦਾ ਜਿਹੜਾ ਜੀ ਬਹੁਤ ਜ਼ਿਆਦਾ ਮੇਰੇ ਤੇ ਕਦੇ ਵੀ ਕਿਸੇ ਚੀਜ਼ ਦਾ ਪ੍ਰੈਸ਼ਰ ਨਹੀਂ ਰਿਹਾ। ਮੈਨੂੰ ਪੜ੍ਹਨ ਦੀ ਹਮੇਸ਼ਾ ਬਹੁਤ ਆਜ਼ਾਦੀ ਤੇ ਬਹੁਤ ਖੁੱਲ੍ਹ ਤੇ ਜਿੰਨਾ ਸਾਥ ਚਾਹੀਦਾ ਸੀ ਕਿਸੇ ਚੀਜ਼ ਦਾ ਰਿਸੋਰਸਿਸ ਦਾ ਟਾਈਮ ਦਾ ਮੇਰੇ ਲਈ ਹਰ ਟਾਈਮ ਉਹ ਸੀਗਾ। ਮੈਨੂੰ ਕਦੇ ਸੋਚਣਾ ਨਹੀਂ ਪਿਆ ਕਿਸੇ ਵੀ ਮਤਲਬ ਪੜ੍ਹਾਈ ਤੋਂ ਬਿਨਾਂ ਮੇਰੀ ਲਾਈਫ 'ਚ ਕੋਈ ਹੋਰ ਸਟ੍ਰੈਸ ਜਾਂ ਕੁਛ ਵੀ ਨਹੀਂ ਸੀਗਾ। ਹਮੇਸ਼ਾ ਮੈਨੂੰ ਹਰ ਚੀਜ਼ ਬਹੁਤ ਈਜ਼ੀ ਸੀਗੀ। ਇੱਕ ਪਿੰਡ ਦੀ ਕੁੜੀ ਨੂੰ ਕਿੰਨੇ ਕੁ ਫੇਸ ਕਰਨੀਆਂ ਪਈਆਂ ਪ੍ਰੋਬਲਮ ਦੀ ਵਿੱਚ? ਜੀ ਉਸ ਹਿਸਾਬ ਨਾਲ ਇੰਨੀਆਂ ਪਿੰਡ ਤੋਂ ਲੈ ਕੇ ਪ੍ਰੋਬਲਮਸ ਨਹੀਂ ਸੀ ਕਿਉਂਕਿ ਦਿੱਲੀ ਚਾਹੇ ਵੈਸੇ ਸੋਚ ਲਓ ਪਰ ਉੱਥੇ ਜ਼ਿਆਦਾਤਰ ਲੋਕ ਅੱਡ-ਅੱਡ ਦੇਸ਼ ਦੇ ਅੱਡ-ਅੱਡ ਕੋਨਿਆਂ ਤੋਂ ਪਿੰਡਾਂ ਤੋਂ ਹੀ ਆਉਂਦੇ ਹੈ ਅਤੇ ਬਹੁਤ ਜ਼ਿਆਦਾ ਜ਼ਮੀਨੀ ਲੋਕ ਹੁੰਦੇ ਹੈ। ਜਿਵੇਂ ਆਪਾਂ ਬਾਹਰੋਂ ਸੋਚੀਏ ਤਾਂ ਸੋਚਦੇ ਕਿ ਦਿੱਲੀ ਕਾਫੀ ਵੱਡਾ ਸ਼ਹਿਰ ਹੈ, ਕਿਤੋਂ ਕਿਤੋਂ ਦੇ ਲੋਕ ਹੋਣਗੇ ਪਰ ਉੱਥੇ ਜ਼ਿਆਦਾ ਲੋਕ ਜਿਨ੍ਹਾਂ ਨੂੰ ਮੈਂ ਮਿਲੀ ਉਹ ਦੇਸ਼ ਦੇ ਅੱਡ-ਅੱਡ ਕੋਨਿਆਂ ਦੇ ਪਿੰਡਾਂ ਤੋਂ ਹੀ ਆਏ ਸੀ। ਤਾਂ ਕਰਕੇ ਕਦੇ ਇੰਨਾ ਮਤਲਬ ਅੜਿੱਕਣ ਨਹੀਂ ਬਣੀ, ਸਮਾਂ ਦੀ ਸਾਥ ਦਿੱਤਾ ਇਸ ਚੀਜ਼ ਲਈ। ਕਿੰਨੀ ਕੁ ਮਿਹਨਤ ਕਿੰਨੀ ਕਰਨੀ ਪਈ ਇਸ ਦੇ ਪਿੱਛੇ ਤੁਹਾਨੂੰ? ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿ ਵਾਰੀ ਇੱਕ ਕਿਤਾਬਾਂ ਨੂੰ ਇੰਨੀ ਵਾਰ ਪੜ੍ਹਤਾ ਕਿ ਪਾਪਾ ਬਚਪਨ 'ਚ ਮਜ਼ਾਕ ਕਰਦੇ ਹੁੰਦੇ ਸੀ ਕਿ ਪਾੜ ਦਿਓ ਕਿਤਾਬਾਂ ਅਤੇ ਉਹ ਸੱਚੀ ਵਾਰੀ ਪੜ੍ਹ ਕੇ ਉਹਨਾਂ ਦੇ ਪੇਜਸ ਅੱਡ ਹੋ ਗਏ ਇਸ ਟਾਈਮ 'ਤੇ। ਕੋਚਿੰਗ ਵਗੈਰਾ ਵੀ ਲਈ ਕੋਈ ਕਿ ਤੁਸੀਂ? ਹਾਂਜੀ ਮੈਂ ਦਿੱਲੀ 'ਚ ਰਾਹੁਲਸ ਹੈਗੇ ਹੈ ਉਹਨਾਂ ਤੋਂ ਕੋਚਿੰਗ ਲਈ ਅਤੇ ਉਹਨੇ ਮੇਰਾ ਬਹੁਤ ਮਦਦ ਕੀਤੀ। ਉਹਨੇ ਇਟ ਵਾਜ਼ ਵੈਰੀ ਹੈਲਪਫੁਲ, ਗਾਈਡੈਂਸ ਬਹੁਤ ਸੀਗੀ ਉਹਦੀ। ਕਿਸ ਤਰ੍ਹਾਂ ਮਹਿਸੂਸ ਕਿਸ ਤਰ੍ਹਾਂ ਕਰ ਰਹੇ ਹੋ ਹੁਣ ਜਿਹੜਾ? ਜੀ ਅਜੇ ਤਾਂ ਸਿੰਕਨ ਹੀ ਨਹੀਂ ਕੀਤਾ, ਅਜੇ ਤਾਂ ਮੈਂ ਬਹੁਤ ਸ਼ੌਕ 'ਚ ਹੈ। ਮੈਨੂੰ ਪਤਾ ਹੈ ਕਿ ਬਹੁਤ ਚੰਗਾ ਹੋਇਆ ਹੈ ਪਰ ਅਜੇ ਬਸ ਮੈਂ ਉਸੇ ਮੋਡ 'ਚ ਹੀ ਹੈ ਕਿ ਅਜੇ ਆਟੋ ਪਾਇਲਟ 'ਤੇ ਹੀ ਖੁਸ਼ੀ 'ਚ ਹੈ ਅਜੇ। ਪਰ ਹਾਂ ਬਹੁਤ ਦੇਰ ਲਈ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਇਸ ਚੀਜ਼ ਦੀ ਤਾਂ ਜਦੋਂ ਹੁਣ ਮਿਲ ਗਈ ਹੈ ਹੁਣ ਮੈਨੂੰ ਸਮਝ ਹੀ ਨਹੀਂ ਆ ਰਿਹਾ ਕਿ ਮਿਲ ਵੀ ਗਿਆ ਹੈ। ਜਿੱਦਾਂ ਹੁਣ ਰਿਜ਼ਲਟ ਦਾ ਪਤਾ
ਪਤਾ ਲੱਗ ਰਿਹਾ ਫਰੈਂਡ ਸਰਕਲ ਦੇ ਵਿੱਚੋਂ ਕਿੱਦਾਂ ਦਾ ਰਿਸਪੌਂਸ ਆ ਰਿਹਾ ਹੈ? ਜੀ ਮੇਰਾ ਸਾਥ ਮੇਰੀਆਂ ਫਰੈਂਡਸ ਬਹੁਤ ਜ਼ਿਆਦਾ ਇੰਪੋਰਟੈਂਟ ਸੀਗੀ ਮੇਰੀ ਇਹ ਸਾਰੀ ਜਰਨੀ 'ਚ। ਮੇਰੀਆਂ ਫਰੈਂਡਸ ਨੇ ਹਮੇਸ਼ਾ ਬਹੁਤ ਜ਼ਿਆਦਾ ਸਾਥ ਦਿੱਤਾ, ਇਨਕਰੇਜਮੈਂਟ ਹੋਵੇ ਜਾਂ ਕੋਈ ਵੀ, ਮੈਂ ਕਿਸੇ ਵਿਆਹ 'ਤੇ ਨਹੀਂ ਕਦੇ ਜਾਂਦੀ ਸੀ ਤਾਂ ਨੋਰਮਲੀ ਫਰੈਂਡਸ ਗੁੱਸੇ ਹੋ ਜਾਂਦੀਆਂ, ਪਰ ਮੇਰੀਆਂ ਫਰੈਂਡਸ ਨੇ ਕਦੇ ਇਸ ਚੀਜ਼ ਦਾ ਐਂ ਨਹੀਂ ਕੀਤਾ। ਉਹਨਾਂ ਨੂੰ ਹੁੰਦਾ ਸੀ ਕਿ ਕਾਸ਼ ਤੂੰ ਆ ਸਕੇ, ਪਰ ਪਤਾ ਹੈ ਕਿ ਤੂੰ ਪੜ੍ਹ ਰਹੀ ਹੈ। ਤਾਂ ਬਾਕੀ ਹੋਰ ਵੀ ਬਹੁਤ ਚੀਜ਼ਾਂ 'ਚ ਮੇਰੀਆਂ ਫਰੈਂਡਸ ਬਹੁਤ ਜ਼ਿਆਦਾ ਇੰਪੋਰਟੈਂਟ ਸੀ। ਇਸ 'ਚ ਪੜ੍ਹਾਈ 'ਚ ਵੀ ਬਹੁਤ ਦੋਸਤਾਂ ਨੇ ਬਹੁਤ ਮਦਦ ਕੀਤੀ। ਅਕਸਰ ਹੀ ਵੀ ਜਿਹੜਾ ਕੁੜੀਆਂ ਪੜ੍ਹਾਈ ਕਰਕੇ ਬਾਹਰਲੇ ਮੁਲਕ ਜਾਣਾ ਚਾਹੁੰਦੀਆਂ, ਹਾਂਜੀ ਤੁਹਾਡਾ ਵੀ ਕੋਈ ਐਕਸੀਡੈਂਟ ਇਹੋ ਜਿਹਾ ਰਿਹਾ ਵੀ ਤੁਸੀਂ ਬਾਹਰ ਜਾਣਾ ਚਾਹੁੰਦੇ ਸੀ ਪਰ ਇੱਧਰ ਜੱਜ ਬਣੀ? ਹਾਂਜੀ, ਮੈਨੂੰ ਕੈਨੇਡੀਅਨ, ਮੈਂ ਪੀਆਰ ਇੱਕ ਆਲਟਰਨੇਟਿਵ ਪਲਾਨ ਆਖ ਕੇ ਮੈਂ ਸੋਚਿਆ ਸੀ ਕਿ ਜੇ ਆ ਨਹੀਂ ਹੁੰਦਾ ਤਾਂ ਮੈਂ ਕੈਨੇਡਾ 'ਚ ਲਾਅ ਪ੍ਰੈਕਟਿਸ ਕਰ ਲੂੰਗੀ। ਮੈਂ ਪੀਆਰ ਲਈ ਅਪਲਾਈ ਕੀਤਾ ਸੀ, ਮੈਨੂੰ ਮਿਲ ਵੀ ਗਈ ਸੀ, ਪਰ ਕੋਵਿਡ ਕਰਕੇ ਮੈਂ ਜਾ ਨਹੀਂ ਸਕੀ ਤੇ ਉਸੇ ਟਾਈਮ ਦੇ ਵਿੱਚ ਇੰਟਰਵਿਊ ਕਲੀਅਰ ਹੋ ਗਈ। ਮੁਕਤਸਰ ਤੋਂ ਤਰਸੇਮ ਟੁੱਡੀ, ਇੰਡੋਸਟਰੀ